Hello students, in this lecture we will discuss about Spearman's rank correlation method. This method was propounded by Professor Spearman in 1904. ਇਸ ਮੈਥਡ ਦਾ ਯੂਜ਼ ਕੀ ਹੈਗਾ ਹੈ ਕਿ ਜਦੋਂ ਸਾਡੇ ਕੋਲ ਡਾਟਾ ਨੂੰ ਅਸੀਂ ਕੁਆਂਟੀਫਾਈ ਨਹੀਂ ਕਰ ਸਕਦੇ, ਫੋਰ ਐਗਜ਼ਾਮਪਲ ਕੁਆਲੀਟੇਟਿਵ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਅਸੀਂ ਕੰਪੈਰੀਜ਼ਨ ਕਰਨਾ ਜਾਂ ਰਿਲੇਸ਼ਨ ਦੇਖਣਾ ਆ, ਕੁਆਲੀਟੇਟਿਵ ਡਾਟਾ ਆ ਲਾਈਕ ਬਿਊਟੀ, ਇੰਟੈਲੀਜੈਂਸ, ਓਨੈਸਟੀ। ਹੁਣ ਅਸੀਂ ਇਹਨੂੰ ਕੁਆਂਟੀਫਾਈ ਤਾਂ ਕਰ ਨਹੀਂ ਸਕਦੇ ਕਿ ਬਿਊਟੀ ਨੂੰ ਅਸੀਂ ਕਿਸੇ ਤਰੀਕੇ ਨਾਲ ਮੈਜਰ ਕਰ ਸਕੀਏ। ਉਹਦੇ ਵਿੱਚ ਕੀ ਹੈਗਾ ਕਿ ਸਪੀਅਰਮੈਨ ਨੇ ਜੋ ਮੈਥਡ ਦਿੱਤਾ, ਉਹਨਾਂ ਨੇ ਕੀ ਕੀਤਾ ਕਿ ਰੈਂਕਿੰਗ ਦੇ ਦਿੱਤੀ ਕਿ ਅਸੀਂ ਕੰਪੈਰੀਜ਼ਨ ਕਰਨਾ, ਰਿਲੇਸ਼ਨ ਦੇਖਣਾ। ਜਿੱਦਾਂ ਇੱਕ ਬਿਊਟੀ ਕੰਟੈਸਟੈਂਟ, ਅਸੀਂ ਕੰਟੈਸਟ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਦੋ ਜੱਜਿਸ ਬੈਠੇ ਆ, ਦੋ ਜੱਜਿਸ ਨੇ ਜਿੰਨੇ 10 ਪਾਰਟੀਸਪੈਂਟਸ ਆ ਉਹਨਾਂ ਨੂੰ ਬਿਊਟੀ ਦੇ ਅਕੋਰਡਿੰਗ ਜਾਂ ਉਹਨਾਂ ਦੀ ਇੰਟੈਲੀਜੈਂਸ ਦੇ ਅਕੋਰਡਿੰਗ ਅਲੱਗ-ਅਲੱਗ ਰੈਂਕ ਦਿੱਤੇ ਆ। ਸੋ ਉਹ 10 ਕੰਟੈਸਟੈਂਟਸ ਦੇ ਵਿੱਚੋਂ ਉਹਨਾਂ ਨੇ ਆਪਣੀ ਪ੍ਰੈਫਰੈਂਸ ਦੇ ਵਾਈਜ਼ ਦੇ ਦਿੱਤਾ ਕਿ ਕਿਸੇ ਕੰਟੈਸਟੈਂਟ ਨੂੰ ਉਹਨਾਂ ਨੇ ਫਸਟ ਪ੍ਰੈਫਰੈਂਸ ਦਿੱਤੀ, ਦੂਜੀ ਦਿੱਤੀ, ਥਰਡ ਦਿੱਤੀ, ਫੋਰਥ ਦਿੱਤੀ। ਇਸ ਤਰ੍ਹਾਂ 10 ਰੈਂਕਸ ਜਿਹੜੇ ਆ ਉਹ ਡਿਸਟਰੀਬਿਊਟ ਕਰਨਗੇ ਕਿ ਉਹਨਾਂ ਦੀ ਲੀਸਟ ਪ੍ਰੈਫਰੈਂਸ 'ਤੇ ਕੌਣ ਆ ਉਹਨੂੰ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਨੋਟਿਸ ਕਰਨੀ ਆ ਕਿ ਰੈਂਕ ਕੋਰਿਲੇਸ਼ਨ ਦੇ ਵਿੱਚ ਰੈਂਕਸ ਦੇਣ ਦੇ ਵਕਤ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਅਸੀਂ ਨੋਰਮਲ ਦੇਖਦੇ ਹਾਂ ਕਿ ਫਸਟ ਪੋਜੀਸ਼ਨ ਨੂੰ ਬੈਟਰ ਮੰਨਿਆ ਜਾਂਦਾ, ਸੈਕਿੰਡ ਨੂੰ, ਉਹਦੇ ਤੋਂ ਬਾਅਦ ਫਿਰ ਥਰਡ ਜਾਂ ਫੋਰਥ ਹੈ। ਇਸ ਤਰ੍ਹਾਂ ਇਹਦੇ ਵਿੱਚ ਰੈਂਕਸ ਕਿਸੇ ਤਰ੍ਹਾਂ ਵੀ ਦਿੱਤੇ ਹੋ ਸਕਦੇ ਆ। ਹੋ ਸਕਦਾ ਕਿ 10 ਸਭ ਤੋਂ ਬੈਸਟ, ਜਿੱਦਾਂ ਹੁਣ ਮੈਂ 10 ਕੰਟੈਸਟੈਂਟਸ ਦੀ ਗੱਲ ਕੀਤੀ, ਹੋ ਸਕਦਾ 10 ਸਭ ਤੋਂ ਬੈਸਟ ਵਾਲੇ ਨੂੰ ਦਿੱਤਾ ਹੋਵੇ, 9 ਉਹਦੇ ਤੋਂ ਘੱਟ ਵਾਲੇ ਨੂੰ, 8। ਸੋ ਉਹ ਡਿਕਰੀਜ਼ਿੰਗ ਆਰਡਰ 'ਚ ਵੀ ਰੈਂਕ ਹੋ ਸਕਦੇ ਆ, ਉਹ ਇਨਕਰੀਜ਼ਿੰਗ ਆਰਡਰ 'ਚ ਵੀ ਹੋ ਸਕਦੇ ਆ, ਉਹਦਾ ਕੋਈ ਇਸ਼ੂ ਨਹੀਂ ਹੈਗਾ। ਸੋ ਦੋਨੋਂ ਤਰ੍ਹਾਂ ਰੈਂਕ ਦਿੱਤੇ ਹੋ ਸਕਦੇ ਅਤੇ ਰੈਂਕ ਨੂੰ ਇੱਥੇ ਪ੍ਰਜੈਂਟ ਕੀਤਾ ਹੁੰਦਾ ਕੈਪੀਟਲ R ਦੇ ਨਾਲ। ਸੋ ਜਦੋਂ ਅਸੀਂ ਇੱਥੇ ਕੁਆਲੀਟੇਟਿਵ ਡਾਟਾ ਦੇ ਵਿੱਚ ਗੱਲ ਕਰਦੇ ਹਾਂ, ਕੋਈ ਵੀ ਕੁਆਲੀਟੇਟਿਵ ਡਾਟਾ ਦੇ ਵਿੱਚ ਅਸੀਂ ਕੋਰਿਲੇਸ਼ਨ ਫਾਈਂਡ ਕਰਨੀ ਹੈ ਤਾਂ ਦੈਨ ਅਸੀਂ ਸਪੀਅਰਮੈਨਸ ਕੋਰਿਲੇਸ਼ਨ ਦਾ ਜਿਹੜਾ ਮੈਥਡ ਹੈਗਾ ਉਹਨੂੰ ਅਸੀਂ ਯੂਜ਼ ਕਰਦੇ ਹਾਂ। ਦੈਨ ਇਹਦੇ ਵਿੱਚ ਅਸੀਂ 3 ਸਿਚੁਏਸ਼ਨਸ ਡਿਸਕਸ ਕਰਾਂਗੇ ਜਦੋਂ ਡਾਟਾ ਸਾਡੇ ਕੋਲ ਕਿਸ ਤਰ੍ਹਾਂ ਦਾ ਗਿਵਨ ਆ। ਜਦੋਂ ਤਾਂ ਰੈਂਕਸ ਆਲਰੇਡੀ ਗਿਵਨ ਆ, ਸਪੋਜ਼ ਜਿੱਦਾਂ ਹੁਣ ਮੈਂ ਐਗਜ਼ਾਮਪਲ ਲਈ ਕਿ 2 ਜੱਜਿਸ ਹੈਗੇ ਆ, 2 ਜੱਜਿਸ ਦਾ ਸਾਡੇ ਕੋਲ ਡਾਟਾ ਜਿਹੜਾ ਆ ਉਹ ਉਹਨਾਂ ਨੇ ਅਲੱਗ-ਅਲੱਗ ਪ੍ਰੈਫਰੈਂਸਿਸ ਕੀ ਦਿੱਤੀਆਂ ਜਾਂ ਰੈਂਕਸ ਕੀ ਦਿੱਤੇ ਆ ਕੰਟੈਸਟੈਂਟਸ ਨੂੰ, ਉਹਦੇ ਅਕੋਰਡਿੰਗ ਰੈਂਕਸ ਆਲਰੇਡੀ ਗਿਵਨ ਆ। ਦੂਜਾ ਕੀ ਹੈਗਾ ਕਿ ਮਾਰਕਸ ਗਿਵਨ ਹੈਗੇ ਆ, ਰੈਂਕਸ ਨਹੀਂ ਗਿਵਨ। ਅਸੀਂ ਹੁਣ ਮਾਰਕਸ ਤੋਂ ਰੈਂਕ ਬਣਾ ਸਕਦੇ ਹਾਂ। ਸਪੋਜ਼ ਉਹਨਾਂ ਨੇ ਕੋਈ ਕ੍ਰਾਈਟੀਰੀਆ ਬਣਾਇਆ ਕਿ ਅਸੀਂ ਉਹਨਾਂ ਦੀ ਇੰਟੈਲੀਜੈਂਸ 'ਤੇ 20 ਦੇ ਵਿੱਚੋਂ ਮਾਰਕਸ ਦੇਣੇ ਆ। ਹੁਣ ਕਿਸੇ ਨੂੰ 20 ਦੇ ਵਿੱਚੋਂ ਉਹਨਾਂ ਨੇ 10 ਦੇ ਦਿੱਤੇ, ਕਿਸੇ ਨੂੰ 5 ਦੇ ਦਿੱਤੇ, ਕਿਸੇ ਨੂੰ 8 ਦੇ ਦਿੱਤੇ, ਕਿਸੇ ਨੂੰ 19 ਦੇ ਦਿੱਤੇ। ਉਹਦੇ ਅਕੋਰਡਿੰਗ ਅਸੀਂ ਰੈਂਕਿੰਗ ਬਣਾ ਲਾਂਗੇ ਕਿ ਸਭ ਤੋਂ ਜ਼ਿਆਦਾ ਕਿਹਨੂੰ ਆਏ ਉਹਨੂੰ ਅਸੀਂ ਫਸਟ ਰੈਂਕ ਦੇ ਦਿੱਤਾ, ਉਹ ਤੋਂ ਘੱਟ ਜਿਹਨੂੰ ਆਏ ਉਹਨੂੰ ਸੈਕਿੰਡ ਰੈਂਕ ਦੇ ਦਿੱਤਾ, ਥਰਡ ਦੇ ਦਿੱਤਾ। ਠੀਕ ਹੈ। ਸੋ ਇਹ ਕੇਸ ਹੋ ਗਿਆ ਵੈਨ ਰੈਂਕਸ ਆਰ ਨਾਟ ਗਿਵਨ। ਥਰਡ ਕੇਸ ਸਾਡੇ ਕੋਲ ਹੋਏਗਾ ਵੈਨ ਰੈਂਕਸ ਆਰ ਇਕੁਅਲ ਔਰ ਟਾਈਡ। ਹੁਣ ਹੁੰਦਾ ਹੈ ਬਹੁਤ ਵਾਰੀ ਇਸ ਤਰ੍ਹਾਂ ਕਿ ਜਿੱਦਾਂ ਅਸੀਂ ਕਲਾਸ 'ਚ ਵੀ ਐਗਜ਼ਾਮਪਲ ਲਈਏ ਕਿ ਬਹੁਤ ਵਾਰ ਹੁੰਦਾ ਕਿ ਸੇਮ ਮਾਰਕਸ ਆ ਗਏ ਬੱਚਿਆਂ ਦੇ, ਹੁਣ ਫਸਟ ਪੋਜੀਸ਼ਨ 'ਤੇ 2 ਬੱਚੇ ਆ ਗਏ ਜਾਂ 3 ਬੱਚੇ ਆ ਗਏ। ਇਸੇ ਤਰ੍ਹਾਂ ਰੈਂਕਸ ਦੇ ਵਿੱਚ ਵੀ ਹੋ ਸਕਦਾ ਆ ਕਿ ਜਿੱਦਾਂ ਮੈਂ ਇੱਥੇ ਮਾਰਕਸ ਦੀ ਗੱਲ ਕੀਤੀ ਕਿ ਸਪੋਜ਼ ਜੱਜਿਸ ਨੇ ਰੈਂਕ ਨਹੀਂ ਦਿੱਤੇ, ਉਹਨਾਂ ਨੇ ਮਾਰਕਸ ਦਿੱਤੇ। ਹੁਣ 10 ਦੇ ਵਿੱਚੋਂ 3 ਕੰਟੈਸਟੈਂਟ ਇੱਦਾਂ ਦੇ ਆ ਜਿਨ੍ਹਾਂ ਨੂੰ ਉਹਨਾਂ ਨੇ 15-15 ਮਾਰਕਸ ਦਿੱਤੇ। ਹੁਣ 15 ਨੂੰ ਆਪਾਂ ਇੱਕੋ ਪੋਜੀਸ਼ਨ 'ਤੇ ਇੱਦਾਂ ਤਾਂ ਕਰ ਨਹੀਂ ਸਕਦੇ ਕਿ ਇੱਕ ਨੂੰ ਆਪਾਂ 15 ਵਾਲੇ ਮਾਰਕਸ ਨੂੰ ਅਸੀਂ 7th ਪੋਜੀਸ਼ਨ ਦੇਤੀ, ਇੱਕ ਨੂੰ 8th ਦੇਤੀ, ਇੱਕ ਨੂੰ 9th, ਇਕੁਅਲ ਪੋਜੀਸ਼ਨ ਦੇਣੀ ਪਏਗੀ। ਦੈਨ ਉਹ ਅਸੀਂ ਕਿਸ ਤਰ੍ਹਾਂ ਡਿਸਟਰੀਬਿਊਟ ਕਰਦੇ ਹਾਂ ਇਕੁਅਲ ਪੋਜੀਸ਼ਨ, ਇਹ ਵੀ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ। ਸੋ ਇੱਦਾਂ ਦਾ ਕੇਸ ਬਹੁਤ ਕਾਮਨ ਹੁੰਦਾ ਆ ਕਿ ਜਦੋਂ ਜਿਹੜੇ ਰੈਂਕ ਹੈਗੇ ਆ ਉਹ ਇਕੁਅਲ ਹੋਣ ਜਾਂ ਟਾਈ ਕਰ ਰਹੇ ਹੋਣ। ਸੋ ਉਸ ਕੇਸ ਦੇ ਵਿੱਚ ਥੋੜ੍ਹਾ ਜਿਹਾ ਸਾਡੇ ਕੋਲ ਜਿਹੜਾ ਫਾਰਮੂਲਾ ਆ ਉਹ ਚੇਂਜ ਹੋ ਜਾਂਦਾ। ਸੋ ਫਸਟ ਜਿਹੜੇ 2 ਮੈਥਡਸ ਹੈਗੇ ਆ ਵੈਨ ਰੈਂਕਸ ਆਰ ਗਿਵਨ ਐਂਡ ਵੈਨ ਰੈਂਕਸ ਆਰ ਨਾਟ ਗਿਵਨ, ਉਸ ਕੇਸ ਦੇ ਵਿੱਚ ਸਾਡੇ ਕੋਲ ਫਾਰਮੂਲਾ ਜਿਹੜਾ ਉਹ ਰਹੇਗਾ ਕੋਰਿਲੇਸ਼ਨ ਦਾ। ਸਪੀਅਰਮੈਨਸ ਰੈਂਕ ਕੋਰਿਲੇਸ਼ਨ ਵਿਲ ਬੀ 1 - 6 ਸਮੇਸ਼ਨ d ਸਕੁਏਅਰ ਓਵਰ n³ - n। n ਇਜ਼ ਨੰਬਰ ਆਫ ਆਬਜ਼ਰਵੇਸ਼ਨਸ ਹੇਅਰ ਐਂਡ d ਕੀ ਹੈਗਾ, ਸਮੇਸ਼ਨ d ਸਕੁਏਅਰ ਅਸੀਂ ਕਿੱਦਾਂ ਫਾਈਂਡ ਕਰਾਂਗੇ, ਪਹਿਲੇ d ਫਾਈਂਡ ਕਰਨਾ ਪਏਗਾ। d ਇਜ਼ ਨਥਿੰਗ ਬਟ ਦ ਡਿਫਰੈਂਸ ਬਿਟਵੀਨ ਦ ਰੈਂਕਸ ਗਿਵਨ ਬਾਏ 2 ਜੱਜਿਸ ਔਰ ਜਿਹੜੇ ਵੀ ਉਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ 2 ਕੈਟੇਗਰੀਜ਼ ਦਿੱਤੀਆਂ ਰੈਂਕਸ ਦੀਆਂ, R1 ਐਂਡ R2। ਦੇਖੋ ਇਹਦੇ ਆਲੇ ਦੁਆਲੇ ਮੈਂ ਮੋਡੂਲਸ ਲਾਏ ਆ, ਇਹਦਾ ਮਤਲਬ ਆ ਕਿ ਅਸੀਂ ਸਾਈਨ ਕੰਸੀਡਰ ਨਹੀਂ ਕਰਨਾ, ਅਸੀਂ ਪੋਜ਼ੀਟਿਵ ਨੈਗੇਟਿਵ ਨਹੀਂ ਲੈਣਾ, ਅਸੀਂ ਸਿਰਫ R1 - R2 ਕੀਤਾ ਜਾਂ R2 - R1 ਵੀ ਕਰ ਸਕਦੇ ਹੋ, ਬਿਕਾਜ਼ ਸਾਈਨ ਤਾਂ ਅਸੀਂ ਕੰਸੀਡਰ ਹੀ ਨਹੀਂ ਕਰਨਾ, ਮਾਈਨਸ ਨਹੀਂ ਲੈਣਾ, ਅਸੀਂ ਪੋਜ਼ੀਟਿਵ ਹੀ ਲੈਣਾ। ਔਰ ਅਗਰ ਨੈਗੇਟਿਵ ਲਿਖਾਂਗੇ ਵੀ ਦੈਨ ਜਦੋਂ ਆਪਾਂ ਸਕੇਅਰ ਕਰਾਂਗੇ ਤਾਂ ਉਹਨੇ ਆਟੋਮੈਟਿਕਲੀ ਪੋਜ਼ੀਟਿਵ ਹੋ ਹੀ ਜਾਣਾ। ਸੋ ਇਹਦਾ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਅਗਰ ਤੁਸੀਂ R1 - R2 ਕਰ ਰਹੇ ਹੋ ਜਾਂ R2 - R1 ਕਰ ਰਹੇ ਹੋ, ਆਨਸਰ ਤੁਹਾਡਾ ਸੇਮ ਹੀ ਰਹੇਗਾ। ਸੋ ਫਾਰਮੂਲਾ ਰਹੇਗਾ 1 - 6 ਸਮੇਸ਼ਨ d ਸਕੁਏਅਰ ਓਵਰ n³ - n। ਇਹਦੇ ਨਾਲ ਅਸੀਂ ਰੈਂਕ ਕੋਰਿਲੇਸ਼ਨ ਫਾਈਂਡ ਕਰਾਂਗੇ। ਤੀਜੀ ਕੈਟੇਗਰੀ ਜਿਹੜੀ ਆ ਵੈਨ ਰੈਂਕਸ ਆਰ ਇਕੁਅਲ ਔਰ ਟਾਈਡ, ਉਸ ਕੇਸ ਦੇ ਵਿੱਚ ਸਾਡਾ ਫਾਰਮੂਲਾ ਥੋੜ੍ਹਾ ਚੇਂਜ ਹੋ ਜਾਏਗਾ। ਵੀ ਵਿਲ ਡਿਸਕਸ ਦੈਟ ਇਨ ਦ next examples।
सो पहले असी ਜਿਹੜੀਆਂ 2 केसिस हैगे साडे कोल फस्ट उन्हां दे रिलेटेड असी एग्जाम्पल्स नूं डिस्कस करते हैं। हेयर वी हैव टेकन एन एग्जाम्पल, 2 जजिस ने रैंक्स दिते अलग अलग, असी जजिस की जजमेंट दे विच कोरिलेशन चैक करनी है। सो हुण की आ रैंक्स ऑलरेडी गिवन आ, फस्ट केस असी डिस्कस कर रहे हैं। तो ये की आ असी सिंपली की फाइंड करना है, डी स्केयर फाइंड करना। डी स्केयर फाइंड करने पहले डी फाइंड करांगे, दैट इज़ R1 माइनस R2 या R2 माइनस R1 कर सकते हैं। ਹੁਣ ਜਦੋਂ R1 माइनस R2 ਅਸੀਂ ਕੀਤਾ, ਰੈਂਕਸ ਨੂੰ ਮਾਈਨਸ ਕੀਤਾ ਤਾਂ ਸਾਡੇ ਕੋਲ ਆ ਗਿਆ 8 1। ਸੋ ਇੱਥੇ ਅਸੀਂ D फाइंड कर लिया, 9 माइनस 1 6 माइनस 5 इदा करके सारे R1 माइनस R2 करके दैन उन्हों का स्केयर कर लिया। साढ़े को समेशन D स्केयर आ गया 126। हुण इनू असी एन साढ़े को हैगा नंबर ऑफ ऑब्जरवेशन 10 है, फॉर्मूले च पुट कर देंगे R विल बी इक्वल टू 1 माइनस 6 इंटू 126 ओवर 10 क्यूब माइनस 10। ये साढ़े को आ गया 1 माइनस 756 ओवर 990 equal to 1 minus 0.76 and R is equal to 0.24। सो ये आंसर आ गया साढ़े को। असी देख सकते हैं कि कोरिलेशन जी बहुत वीक हैगी आ, 0 के नेड़े आ। सो देयर इज़ अ वीक कोरिलेशन बिटवीन द जजमेंट्स ऑफ 2 जजिस। ਇੱਥੇ ਅਸੀਂ ਇੱਕ ਹੋਰ ਐਗਜ਼ਾਮਪਲ ਡਿਸਕਸ ਕਰ ਰਹੇ ਹਾਂ ਜਿਹਦੇ ਵਿੱਚ ਕਿ 2 ਨਾਲੋਂ ਜ਼ਿਆਦਾ ਜੱਜਿਸ ਦੀ ਜਜਮੈਂਟ ਦਿੱਤੀ ਆ। ਸਾਡੇ ਕੋਲ 3 ਰੈਂਕਸ ਦਿੱਤੇ ਹੋਏ ਆ। ਸੋ 3 ਜੱਜਿਸ ਦੀ ਅਸੀਂ ਆਪਸ ਦੇ ਵਿੱਚ ਕੋਰਿਲੇਸ਼ਨ ਚੈੱਕ ਕਰਨੀ ਆ। ਹੁਣ ਇਹਦੇ ਵਿੱਚ ਅਸੀਂ ਕੀ ਕਰਾਂਗੇ, 2-2 ਦੇ ਪੇਅਰ ਬਣਾ ਕੇ 1 ਬਾਈ 1 ਚੈੱਕ ਕਰਾਂਗੇ। ਫਸਟ ਆਫ ਆਲ ਫਸਟ ਜੱਜ ਐਂਡ ਸੈਕਿੰਡ ਜੱਜ ਦਾ ਕੰਪੇਅਰ ਕਰਾਂਗੇ, ਫਿਰ ਸੈਕਿੰਡ ਐਂਡ ਥਰਡ ਦਾ, ਐਂਡ ਦੈਨ ਫਸਟ ਐਂਡ ਥਰਡ ਦਾ। ਸੋ ਇਸ ਕਰਕੇ ਸਾਨੂੰ ਇੱਕ ਹੀ ਨੂਮੈਰੀਕਲ ਦੇ ਵਿੱਚ 3 ਵਾਰੀ ਕੋਰਿਲੇਸ਼ਨ ਫਾਈਂਡ ਕਰਨੀ ਪਏਗੀ, 1 ਫॉर फर्स्ट एंड सैकेंड जज, सैकेंड टाइम फॉर सैकेंड एंड थर्ड जज, एंड थर्ड टाइम फॉर फस्ट एंड थर्ड जज। तो इत्थे असीं डिफरेंसिस भी D1 D2 D3 3 बार फाइंड करांगे। R1 माइनस R2, दैन R2 माइनस R3, दैन R1 माइनस R3, फिर उन्होंने स्केयर करांगे तो 3 बारी फॉर्मूला अप्लाई करके साडे कोल तीनों जिहड़ियां कोरिलेशनस आउणगियां। सो ये सारे रैंक्स के डिफरेंसिस कढ़ के असी उन्हों का स्केयर कर लिया। हुण असी फॉर्मूले दे विच अप्लाई कर देंगे। जदों असी अप्लाई किया 1 माइनस 6 समेशन D1 स्केयर, तो इत्थे साडे कोल जिहड़ा इहदे तो आंसर सानू मिलिया दैट इज़ माइनस 0.212। सैकेंड एंड थर्ड दे लई साडे कोल आंसर मिलिया माइनस 0.297 एंड इहदे वास्ते आंसर साडे कोल आया माइनस प्लस 0.636। ਇੱਥੇ ਅਸੀਂ देख सकते हैं कि फस्ट एंड सैकेंड जज के ਜਿਹੜਾ कोरिलेशन आ नैगेटिव कोरिलेशन आ, दैट मीनस और हैगी वीक आ क्योंकि 0 के नेड़े आंसर आ 0.2 आ। नैगेटिव कोरिलेशन का मतलब कि एक फस्ट जज अगर किसी को अच्छा कह रहा तो सैकेंड जज उन्होंने उन्ना ही पुअर रैंक दे रहा, अगर फस्ट जज पुअर रैंक दे रहा तो सैकेंड उन्होंने गुड रैंक दे रहा। ऐदा ही सैकेंड एंड थर्ड दे विच आ कि जे सैकेंड जज किसी को अच्छा रैंक दे रहा तो वो मुकाबले थर्ड जज पुअर रैंक दे रहा, जे सैकेंड जज पुअर रैंक दे रहा तो थर्ड जज वो ओपोजिट अच्छा रैंक दे रहा। हुण जो फस्ट एंड थर्ड जज के असीं कंपैरिजन करिए तो उन्होंने पॉजिटिव कोरिलेशन आ एंड कोरिलेशन इज़ मॉडरेट 0.6, बहुत ज़्यादा हाई भी नहीं तो बहुत ज़्यादा लो भी नहीं, मॉडरेट आ। सो इस केस दे विच की पॉजिटिव कोरिलेशन आ कि अगर जिहड़ा फस्ट जज आ वो किसी को अच्छे रैंक्स दे रहा तो थर्ड जज भी जिहड़ा आ वो अच्छे रैंक्स दे रहा है कंपैरिजन दे विच। सो इस तरह असी देख लिया कि फस्ट एंड सैकेंड जज दे विच नैगेटिव कोरिलेशन आई, सैकेंड एंड थर्ड जज की जजमेंट दे विच भी नैगेटिव कोरिलेशन आ, फस्ट एंड थर्ड जज के जजमेंट्स दे विच जिहड़ी वो पॉजिटिव मॉडरेट कोरिलेशन जी प्रेजेंट हैगी आ। सो इस तरह अगर एक दो नालों ज़्यादा साढ़े कोल केसिस आ जान तो फिर असी सारिਆਂ ਦੇ आपस ਦੇ ਵਿੱਚ रिलेशन जिहड़ा है वो देखना। वैसे एट दी मैक्स 3 ही जजमेंट्स आ सकदियां, ਵੱਧ ਤੋਂ ਵੱਧ 3 रैंक्स ਦਿੱਤੇ हो सकते हैं, बट अगर फोर्थ भी हुंदा इन केस तो फिर असी सारिਆਂ ਦਾ रिलेशन देखना सी R1 R2 R2 R3 R3 R4, ऐदां ही फिर R2 ਦਾ ਸਾਰਿਆਂ ਨਾਲ ਦਿਖਣਾ ਸੀ, R2 ਦਾ R3 ਦੇ ਨਾਲ, R4 ਦੇ ਨਾਲ, R2 ਦਾ R4 ਦੇ ਨਾਲ, ਇੱਦਾਂ R3 ਦਾ R4 ਦੇ ਨਾਲ, ਸਾਰਿਆਂ ਦੇ ਆਪਸ ਦੇ ਵਿੱਚ ਅਸੀਂ ਕੰਪੈਰੀਜ਼ਨ ਕਰਨਾ ਸੀਗਾ ਔਰ ਉਨੇ ਹੀ ਸਾਡੇ ਕੋਲ ਇੱਥੇ ਫਿਰ ਕੋਰਿਲੇਸ਼ਨਸ ਆਉਣੀਆਂ ਸੀ। ਸੋ ਨੈਕਸਟ ਅਸੀਂ ਕੇਸ ਡਿਸਕਸ ਕਰਾਂਗੇ ਜਿਹਦੇ ਵਿੱਚ ਸਾਨੂੰ ਰੈਂਕਸ ਗਿਵਨ ਨਹੀਂ ਆ, ਡਾਟਾ ਗਿਵਨ ਆ ਇਨ ਦੀ ਫਾਰਮ ਆਫ ਮਾਰਕਸ ਹੋ ਸਕਦੇ ਆ ਜਾਂ ਕੁਝ ਵੀ। ਉਹਦੇ ਤੋਂ ਪਹਿਲਾਂ ਅਸੀਂ ਰੈਂਕਸ ਬਣਾਉਣੇ ਆ।
ਹੁਣ ਰੈਂਕਸ ਕਿੱਦਾਂ ਬਣਾਉਣੇ ਆ? ਸਿੰਪਲੀ ਉਹ ਤਾਂ ਜਿਸ ਤਰ੍ਹਾਂ ਅਸੀਂ ਬਣਾਈ ਦੀ ਆ ਕਿ ਜਿਹਨੂੰ ਸਭ ਤੋਂ ਜ਼ਿਆਦਾ ਮਾਰਕਸ ਮਿਲੇ ਆ ਉਹਨੂੰ ਅਸੀਂ ਸਭ ਤੋਂ ਵੱਡਾ ਰੈਂਕ ਦੇ ਦਿੱਤਾ, ਜਿਹਨੂੰ ਘੱਟ ਉਹਦੇ ਤੋਂ ਘੱਟ ਮਿਲੇ ਉਹ ਤੋਂ ਅਗਲਾ ਰੈਂਕ ਉਹਨੂੰ ਦੇ ਦਿੱਤਾ। ਇਸ ਤਰ੍ਹਾਂ ਕਰਕੇ ਅਸੀਂ ਰੈਂਕਸ ਬਣਾ ਸਕਦੇ ਹਾਂ। ਅਗੇਨ ਇਹਦੇ ਵਿੱਚ ਇੱਦਾਂ ਜ਼ਰੂਰੀ ਨਹੀਂ ਆ ਕਿ ਤੁਸੀਂ ਸਭ ਤੋਂ ਹਾਈਐਸਟ ਜਿਹੜੇ ਮਾਰਕਸ ਆ ਉਹਨੂੰ ਫਸਟ ਰੈਂਕ ਹੀ ਦੇਣਾ। ਜੇ ਤੁਹਾਡੇ ਕੋਲ 10 ਆਬਜ਼ਰਵੇਸ਼ਨਸ ਆ ਤਾਂ ਤੁਸੀਂ ਉਹਨੂੰ ਪਹਿਲਾਂ 10th ਰੈਂਕ ਦੇ ਸਕਦੇ ਹੋ, ਜਿਹੜਾ ਉਹਦੇ ਤੋਂ ਘੱਟ ਮਾਰਕਸ ਆ ਉਹਨੂੰ 9th ਦੇ ਸਕਦੇ ਹੋ, ਜਿਹੜਾ ਸਭ ਤੋਂ ਘੱਟ ਆ ਉਹਨੂੰ ਫਸਟ ਰੈਂਕ ਦੇ ਸਕਦੇ ਹੋ। ਤਾਂ ਇਸ ਤਰ੍ਹਾਂ ਇਹ ਦੋਨੋਂ ਤਰ੍ਹਾਂ ਤੁਸੀਂ ਲੈ ਸਕਦੇ ਹੋ। ਬਟ ਜਿਹੜਾ ਇੱਕ ਸੀਰੀਜ਼ ਦੇ ਲਈ ਤੁਸੀਂ ਯੂਜ਼ ਕੀਤਾ ਉਹੀ ਦੂਸਰੀ ਸੀਰੀਜ਼ ਦੇ ਲਈ ਕਰਨਾ। ਸਪੋਜ਼ 2 ਸੀਰੀਜ਼ ਦਿੱਤੀਆਂ ਐਕਸ ਐਂਡ ਵਾਈ, 2 ਜੱਜਿਸ ਨੇ ਮਾਰਕਸ ਦਿੱਤੇ ਆ, ਤਾਂ ਇਹ ਨਹੀਂ ਹੈਗਾ ਕਿ ਇੱਕ ਦੇ ਵਿੱਚ ਤੁਸੀਂ ਜਿਹੜੇ ਹਾਈਐਸਟ ਮਾਰਕਸ ਆ ਉਹਨੂੰ ਫਸਟ ਰੈਂਕ ਦੇ ਰਹੇ ਹੋ, ਉਹਦੇ ਤੋਂ ਘੱਟ ਵਾਲੇ ਨੂੰ ਸੈਕਿੰਡ ਦੇ ਰਹੇ ਹੋ, ਇਸ ਤਰ੍ਹਾਂ ਦੇ ਰਹੇ ਹੋ। ਔਰ ਜਿਹੜੀ ਦੂਸਰੀ ਸੀਰੀਜ਼ ਆ ਉਹਦੇ ਵਾਸਤੇ ਤੁਸੀਂ ਹਾਈਐਸਟ ਵਾਲੇ ਨੂੰ ਜਿਹੜਾ ਆ ਉਹ 10th ਰੈਂਕ ਦਿੱਤਾ ਐਂਡ ਉਹਦੇ ਤੋਂ ਘੱਟ ਵਾਲੇ ਨੂੰ 9th ਦਿੱਤਾ। ਇੱਦਾਂ ਨਹੀਂ, ਦੋਨਾਂ ਦੇ ਵਿੱਚ ਸੇਮ ਹੀ ਯੂਜ਼ ਕਰਨਾ ਹੈ ਤਰੀਕਾ। ਜਾਂ ਤਾਂ ਅਸੈਂਡਿੰਗ ਆਰਡਰ ਵਾਲਾ ਕਰ ਲਓ ਜਾਂ ਡਿਸੈਂਡਿੰਗ ਆਰਡਰ ਵਾਲਾ ਕਰ ਲਓ। ਹੁਣ ਇਸ ਐਗਜ਼ਾਮਪਲ ਦੇ ਵਿੱਚ ਸਾਡੇ ਕੋਲ 2 ਜੱਜਿਸ ਨੇ ਮਾਰਕਸ ਦਿੱਤੇ ਆ, ਅਸਾਈਨ ਕੀਤੇ ਆ ਅਲੱਗ-ਅਲੱਗ 7 ਸਾਡੇ ਕੋਲ ਜਿਹੜੀਆਂ ਤੇ ਨੰਬਰ ਆਫ ਆਬਜ਼ਰਵੇਸ਼ਨਸ ਹੈਗੀਆਂ ਆ। 7 ਆਬਜ਼ਰਵੇਸ਼ਨਸ ਦੇ ਲਈ ਉਹਨਾਂ ਨੇ ਅਲੱਗ-ਅਲੱਗ ਹੋ ਸਕਦਾ ਕੈਂਡੀਡੇਟਸ ਹੈਗੇ ਆ, ਉਹਨਾਂ ਨੂੰ ਇਹ ਮਾਰਕਸ ਜਿਹੜੇ ਆ ਉਹ ਦਿੱਤੇ ਆ। ਹੁਣ ਇਹਦੇ ਅਕੋਰਡਿੰਗ ਅਸੀਂ ਇਹਦੇ ਤੋਂ ਰੈਂਕ ਅਸਾਈਨ ਕਰਾਂਗੇ। ਦੇਖੋ ਜਿਹੜਾ ਹਾਈਐਸਟ ਮਾਰਕਸ ਹੈਗੇ ਜਿੱਦਾਂ ਫਸਟ ਕੇਸ ਦੇ ਵਿੱਚ 99.4 ਆ, ਉਹਨੂੰ ਅਸੀਂ ਫਸਟ ਰੈਂਕ ਦੇ ਦਿੱਤਾ। ਉਹਦੇ ਤੋਂ ਬਾਅਦ ਜਿਹੜਾ ਸਾਡੇ ਕੋਲ ਇੱਥੇ ਆਇਆ 98.6, ਉਹਨੂੰ ਅਸੀਂ ਸੈਕਿੰਡ ਰੈਂਕ ਦੇ ਦਿੱਤਾ। ਥਰਡ ਰੈਂਕ 'ਤੇ ਦੇਖੀਏ ਤਾਂ 98.4 ਉਹਦੇ ਤੋਂ ਬਾਅਦ ਆ ਗਿਆ, ਇਹਨੂੰ ਥਰਡ ਰੈਂਕ ਦੇ ਦਿੱਤਾ। ਇਹਦੇ ਤੋਂ ਬਾਅਦ ਸਾਡੇ ਕੋਲ ਆ ਗਿਆ 97.5, ਇਹਨੂੰ ਅਸੀਂ ਫੋਰਥ ਰੈਂਕ ਦੇ ਦਿੱਤਾ। 97.1 ਫਿਫਥ ਰੈਂਕ, 96.2 ਇਹਨੂੰ ਮਿਲ ਗਿਆ ਸਿਕਸਥ ਐਂਡ ਲਾਸਟ ਦੇ ਵਿੱਚ ਹੈਗਾ 95.1। ਇਹ ਰੈਂਕਸ ਦੇ ਦਿੱਤੇ। ਹੁਣ ਸੈਕਿੰਡ ਜੱਜ ਦੀ ਜੱਜਮੈਂਟ ਦੇ ਲਈ ਅਸੀਂ ਦੇਖਾਂਗੇ ਸਾਡੇ ਕੋਲ ਜਿਹੜਾ ਹਾਈਐਸਟ ਕਿੰਨਾ ਆ 79 ਆ, ਉਹਨੂੰ ਅਸੀਂ ਫਸਟ ਰੈਂਕ ਦੇ ਦਿੱਤਾ। ਇਹਦੇ ਤੋਂ ਬਾਅਦ ਸਾਡੇ ਕੋਲ ਹੈਗਾ 78.2, ਇਹਨੂੰ ਅਸੀਂ ਸੈਕਿੰਡ ਰੈਂਕ ਦੇ ਦਿੱਤਾ। ਦੈਨ 77.1 ਆ, ਇਹਨੂੰ ਥਰਡ ਰੈਂਕ ਮਿਲ ਗਿਆ। ਇਹਦੇ ਤੋਂ ਘੱਟ ਕਿਹੜੀ ਵੈਲਿਊ ਹੈਗੀ ਆ 76.2, ਇਹਨੂੰ ਫੋਰਥ ਰੈਂਕ ਮਿਲ ਗਿਆ। ਦੈਨ 75.9, ਇਹਨੂੰ ਫਿਫਥ ਮਿਲ ਗਿਆ। 75.1 ਇਹਨੂੰ ਸਿਕਸਥ ਮਿਲ ਗਿਆ। ਦੈਨ 74.8 ਇਹਨੂੰ ਸੈਵਨਥ ਰੈਂਕ ਮਿਲ ਗਿਆ। ਹੁਣ ਰੈਂਕਸ ਬਣ ਗਏ। ਹੁਣ ਅਗੇਨ ਪ੍ਰੋਸੀਜਰ ਸੇਮ ਆ, ਡੀ ਫਾਈਂਡ ਕਰਾਂਗੇ ਤੇ ਡੀ ਸਕੇਅਰ ਫਾਈਂਡ ਕਰਾਂਗੇ। ਡੀ ਆ ਸਾਡੇ ਕੋਲ ਆ ਗਿਆ R1 - R2 ਕਰਕੇ 2 4 1 4 6 4 1, ਸਕੇਅਰ ਕਰਤਾ। ਸਮੇਸ਼ਨ ਡੀ ਸਕੇਅਰ ਆ ਗਿਆ। ਇਹ 90 ਬਣ ਗਿਆ ਸਾਡੇ ਕੋਲ। ਹੁਣ ਅਸੀਂ ਆਰ ਦੇ ਫਾਰਮੂਲੇ ਦੇ ਵਿੱਚ ਪੁੱਟ ਕਰ ਦਾਂਗੇ। ਇਹ ਸਾਡੇ ਕੋਲ ਆ ਗਿਆ 1 - 6 × 90/7³ - 7। ਇਹ ਸਾਡੇ ਕੋਲ ਇੱਥੇ ਕੋਰਿਲੇਸ਼ਨ ਆ ਗਈ -0.607। there is moderate correlation between the judgments of 2 judges but there is a negative correlation। ਇਹਦਾ ਮਤਲਬ ਕੀ ਆ ਕਿ ਜਿੱਦਾਂ ਅਸੀਂ ਪਿਛਲੇ ਐਗਜ਼ਾਮਪਲ 'ਚ ਦੇਖਿਆ ਸੀ ਕਿ 2 ਜੱਜਿਸ ਦੇ ਵਿੱਚ ਕੋਰਿਲੇਸ਼ਨ ਤੇ ਹੈਗੀ ਆ ਜਜਮੈਂਟ ਦੇ ਵਿੱਚ, ਲੇਕਿਨ ਆਪੋਜ਼ਿਟ ਆ ਕਿ ਅਗਰ ਇੱਕ ਵਧੀਆ ਮਾਰਕਸ ਦੇ ਰਿਹਾ ਤਾਂ ਦੂਸਰਾ ਮਾੜੇ ਮਾਰਕਸ ਦੇ ਰਿਹਾ, ਜੇ ਇੱਕ ਬੁਰੇ ਮਾਰਕਸ ਦੇ ਰਿਹਾ ਤਾਂ ਦੂਜਾ ਉਹਦੇ ਮੁਕਾਬਲੇ ਅੱਛੇ ਮਾਰਕਸ ਦੇ ਰਿਹਾ। ਸੋ ਦੋਹਾਂ ਦਾ ਡਿਸੀਜਨ ਜਿਹੜਾ ਆ ਉਹ ਲਗਭਗ ਆਪੋਜ਼ਿਟ ਹੈਗਾ। ਸੋ ਜੋ ਥਰਡ ਕੇਸ ਹੈਗਾ ਜਿਹਦੇ ਵਿੱਚ ਕਿ ਸਾਡੇ ਕੋਲ ਰੈਂਕਸ ਟਾਈ ਕਰ ਜਾਂਦੇ ਆ ਜਾਂ ਰੈਂਕਸ ਇਕੁਅਲ ਹੁੰਦੇ ਆ, ਉਹ ਅਸੀਂ ਕੇਸ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।